ਬਾਬੂਸ਼ਾਹੀ ਦੇਖ ਰਹੇ ਸਾਰਿਆਂ ਦਾ ਸਵਾਗਤ ਹੈ। ਰਾਇਲ ਏਸਟੇਟ ਗਰੁੱਪ ਟਰਾਈ ਸਿਟੀ ਦੇ ਵਿੱਚ ਇੱਕ ਵੱਖਰੇ ਤਰ੍ਹਾਂ ਦਾ ਮੈਗਾ ਪ੍ਰੋਜੈਕਟ ਲੈ ਕੇ ਆ ਰਿਹਾ। ਗੱਲਬਾਤ ਕਰਾਂਗੇ ਕੀ ਪ੍ਰੋਜੈਕਟ ਦੇ ਵਿੱਚ ਰਹਿਣ ਵਾਲਾ ਹੈ। ਸਾਡੇ ਨਾਲ ਰਾਇਲ ਏਸਟੇਟ ਗਰੁੱਪ ਦੇ ਡਾਇਰੈਕਟਰਸ ਮੌਜੂਦ ਨੇ, ਆਸ਼ੀਸ਼ ਮਿੱਤਲ ਜੀ ਤੇ ਪਿਊਸ਼ ਕਾਂਸਲ ਜੀ। ਜਾਣਦੇ ਹਾਂ, ਜਾਣਕਾਰੀ ਲੈਂਦੇ ਹਾਂ ਕਿ ਇਸ ਪ੍ਰੋਜੈਕਟ ਦੇ ਵਿੱਚ ਕੀ ਕੀ ਰਹੂਗਾ ਤੇ ਲੋਕਾਂ ਨੂੰ ਤੇ ਖਾਸ ਤੌਰ ਤੇ ਟਰਾਈ ਸਿਟੀ ਦੇ ਜਿਹੜੇ ਰੈਜ਼ੀਡੈਂਟਸ ਹੈ ਉਹਨਾਂ ਨੂੰ ਜਿਹੜਾ ਰੋਜ਼ਗਾਰ ਦੇਣ ਦੇ ਵਿੱਚ ਇਹ ਪ੍ਰੋਜੈਕਟ ਆ ਜਿਹੜਾ ਕਿਵੇਂ ਵੱਡਾ ਰੋਲ ਪਲੇ ਕਰੂਗਾ। ਕੀ ਕਹਿਣਾ ਚਾਹੋਗੇ ਜੀ? ਪਹਿਲਾਂ ਤਾਂ ਪ੍ਰੋਜੈਕਟ ਬਾਰੇ ਦੱਸਣ ਤੋਂ ਪਹਿਲਾਂ ਮੈਂ ਚਾਹੂੰਗਾ ਰਾਇਲ ਏਸਟੇਟ ਗਰੁੱਪ ਬਾਰੇ ਤੁਸੀਂ ਦੱਸੋ। ਰਾਇਲ ਏਸਟੇਟ ਗਰੁੱਪ ਇੱਕ ਰੀਅਲ ਸਟੇਟ ਡਿਵੈਲਪਰ ਗਰੁੱਪ ਹੈ। ਇਹਦਾ ਫਾਊਂਡੇਸ਼ਨ ਲੇਡ 1995 ਚ ਹੋਇਆ ਸੀ ਜੀ। ਸ਼੍ਰੀ ਪ੍ਰਵੀਨ ਕਾਂਸਲ ਜੀ ਸਾਡੇ ਚੇਅਰਮੈਨ, ਉਹਨਾਂ ਨੇ ਕੀਤਾ ਸੀ ਜੀ, ਤੇ ਨੀਰਜ ਕਾਂਸਲ ਜੀ ਸਾਡੇ ਮੈਨੇਜਿੰਗ ਡਾਇਰੈਕਟਰ ਨੇ। ਉਹਨਾਂ ਨੇ ਮਿਲ ਕੇ ਇਹਨੂੰ ਇੱਥੋਂ ਤੱਕ ਲਿਆਏ ਕਿ ਗੋਲਡਨ ਈਅਰਸ 'ਚ ਅਸੀਂ ਬਹੁਤ ਥੈਂਕ ਯੂ ਕਰਨਾ ਚਾਹੁੰਦੇ ਹਾਂ ਸਾਰੀ ਮੀਡੀਆ ਦਾ, ਜਿਨ੍ਹਾਂ ਨੇ ਇੰਨਾ ਸਾਥ ਦਿੱਤਾ ਸਾਨੂੰ। ਤੇ ਅਸੀਂ ਇਹਨਾਂ 25-27 ਸਾਲਾਂ 'ਚ ਅਸੀਂ 21 ਪ੍ਰੋਜੈਕਟ ਡਿਲੀਵਰ ਕੀਤੇ ਨੇ। ਤੇ ਜੋ ਸਾਡੀ ਸਭ ਤੋਂ ਮੇਨ ਸਟਰੈਂਥ ਹੈ ਗਰੁੱਪ ਦੀ, ਜੋ ਸਾਡੇ ਖੂਨ 'ਚ ਹੈ, ਉਹ ਹੈ ਕਿ ਅਸੀਂ ਕਿਸੇ ਨਾਲ ਧੋਖਾ ਨਹੀਂ ਕਰਨਾ। ਇਸ ਲਈ ਸਾਡੀ ਜਿਹੜੀ ਹੈ ਟੈਗਲਾਈਨ ਦਾ ਓਨੈਸਟ ਬਿਲਡਰਸ ਹੈ, ਕਿ ਨਾ ਕਿਸੇ ਕਸਟਮਰ ਨਾਲ ਨਾ ਕਿਸੇ ਬੰਦੇ ਨਾਲ ਜੀ ਕਲੀਅਰ ਕੰਮ ਕਰਨਾ ਹੈ, ਫੇਅਰ ਕੰਮ ਕਰਨਾ। ਜੇ ਪ੍ਰੋਫਿਟ ਹੋਵੇ ਚਾਹੇ ਨਾ ਹੋਵੇ, ਉਹ ਰੱਬ ਦੇ ਹੱਥ 'ਚ ਹੈ। ਤਾਂ ਕਰਕੇ ਅਸੀਂ 3-4 ਬੈਂਚਮਾਰਕ ਸੈੱਟ ਕੀਤੇ ਨੇ 25 ਸਾਲਾਂ 'ਚ ਰੀਅਲ ਸਟੇਟ 'ਚ। ਪਹਿਲਾਂ ਤਾਂ ਅਸੀਂ ਪੰਜਾਬ ਦੀ ਸਭ ਤੋਂ ਫਸਟ ਗਰੁੱਪ ਹਾਊਸਿੰਗ ਲੈ ਕੇ ਆਏ ਹਾਂ, ਤੇ ਅਸੀਂ 2008 'ਚ ਉਹਨੂੰ ਡਿਲੀਵਰ ਕਰਤੇ ਸੀ ਰਾਇਲ ਏਸਟੇਟ ਦੇ ਨਾਮ ਜ਼ੀਰਕਪੁਰ 'ਚ। ਤੇ ਉਦੋਂ ਅਸੀਂ 2011 'ਚ ਟਰਾਈ ਸਿਟੀ ਦੀ ਸਭ ਤੋਂ ਵੱਡੀ ਰੈਜ਼ੀਡੈਂਸ਼ੀਅਲ ਕਾਲੋਨੀ ਕੱਟੀ ਸੀ, ਚੰਡੀਗੜ੍ਹ ਰਾਇਲ ਸਿਟੀ। ਉਹਦੀ ਹੁਣ ਅੱਜ ਕੱਲ੍ਹ ਐਕਸਪੈਂਸ਼ਨ ਚੱਲ ਰਹੀ ਹੈ, ਉਹ ਕਰੰਟਲੀ 200 ਏਕੜ 'ਚ ਹੈ। ਤੀਜੀ ਅਸੀਂ ਇੱਕ ਕਮਰਸ਼ੀਅਲ ਪ੍ਰੋਜੈਕਟ ਆਕਸਫੋਰਡ ਸਟਰੀਟ ਦੇ ਨਾਮ ਸਟਾਰਟ ਕੀਤਾ ਸੀ 2018 'ਚ। 2018 ਤੋਂ ਪਹਿਲਾਂ ਜੋ ਵੀ ਕਮਰਸ਼ੀਅਲ ਪ੍ਰੋਜੈਕਟ ਸੀ, ਉਹ 'ਚ ਬਿਲਡਰ ROI ਦਿੰਦਾ ਸੀ, ਰਿਟਰਨ ਔਨ ਇਨਵੈਸਟਮੈਂਟ, ਕਿ ਕਰੋੜ ਰੁਪਈਆ ਦੋ 12% ਵਿਆਜ ਲੈ ਜਾਓ। ਉਹ ਰੀਅਲ ਸਟੇਟ ਨਹੀਂ, ਇੱਕ ਵਿਆਜ ਦਾ ਕੰਮ ਚੱਲ ਰਿਹਾ ਸੀ। ਉਹ ਅਸੀਂ ਚੱਕ ਕੇ ਸਾਰਾ ROI ਮਾਰਕੀਟ 'ਚੋਂ ਸਾਨੂੰ ਬਹੁਤ ਟਾਈਮ ਲੱਗਿਆ ਉਹਨੂੰ ਮਾਰਕੀਟ 'ਚੋਂ ਚੱਕਣ ਲਈ। ਉਹਦੀ ਜਗ੍ਹਾ ਅਸੀਂ ਇੱਕ ਨਵਾਂ ਵਰਡ ਇੰਟਰੋਡਿਊਸ ਕੀਤਾ, PMI। ਉਹ ਜੇ ਅਸੀਂ ਕੀ ਕਰਦੇ ਸੀ ਕਿ ਤੁਸੀਂ ਕਰੋੜ ਰੁਪਏ ਦਾ ਸ਼ੋਰੂਮ ਲਓ ਸਾਡੇ ਤੋਂ, ਕਿ ਨਾਲ ਸਾਡੀ 12% ਦੇਣ ਦੀ ਗਰੰਟੀ ਨਹੀਂ ਹੈ, ਬਸ ਗਰੰਟੀ ਆ ਹੈ ਕਿ ਤੁਹਾਡਾ ਸ਼ੋਰੂਮ ਰੈਂਟ ਤੇ ਚੜਵਾਵਾਂਗੇ ਬ੍ਰਾਂਡ ਨਾਲ, ਤੇ ਤੁਹਾਡਾ ਸਿੱਧਾ ਟਾਈ ਅਪ ਕਰਾਵਾਂਗੇ। ਉਹ ਅਸੀਂ ਸਕਸੈਸਫੁਲ ਹੋ ਚੁੱਕੇ ਹਾਂ। ਪੂਰੇ ਜ਼ੀਰਕਪੁਰ 'ਚ ਇਕੱਲਾ ਇੱਕ ਪ੍ਰੋਜੈਕਟ ਆਕਸਫੋਰਡ ਸਟਰੀਟ, ਜਿੱਥੇ ਟਾਟਾ ਤੇ ਰਿਲਾਇੰਸ ਜਿਹੜੇ ਦੋਨੋਂ ਤਾਕਤਾਂ ਹੈ ਅੱਜ ਦੇ ਦੇਸ਼ ਦੀਆਂ, ਉਹ ਆਈਆਂ। ਤੇ ਸਭ ਤੋਂ ਔਖਾ ਲਿਆਉਣਾ ਦੋਨਾਂ ਨੂੰ ਹੁੰਦਾ ਪ੍ਰੋਜੈਕਟ ਤੇ, ਡਿਊ ਟੂ ਪ੍ਰੋਜੈਕਟ ਦੀ ਸ਼ੇਪ ਇੰਨੀ ਵਧੀਆ ਆਈ ਹੈ ਤੇ ਹਰ ਚੀਜ਼ ਐਜ਼ ਪਰ ਗੌਰਮੈਂਟ ਨੋਰਮਸ ਕੀਤੀ ਹੈ। ਤਾਂ ਕਰਕੇ ਅੱਜ ਦੋਨਾਂ ਨੇ ਉੱਥੇ ਆਪਣੇ ਸਟੋਰ ਖੋਲ੍ਹੇ ਨੇ 10,000 ਸਕੁਅਰ ਫੀਟ 'ਚ। ਹੁਣ ਉਸ ਤੋਂ ਬਾਅਦ ਅਸੀਂ ਇੱਕ ਨਵਾਂ ਲੈ ਕੇ ਆ ਰਹੇ ਹਾਂ ਵਿਜ਼ਨ ਹੈ ਜਿਹੜਾ ਸਾਡੇ ਗਰੁੱਪ ਦਾ, ਸਾਡੀ ਮੈਨੇਜਮੈਂਟ ਦਾ, ਕਿ ਜੋ ਸੈਂਟਰ ਤੇ ਸਟੇਟ ਦੀ ਸਰਕਾਰਾਂ ਨੇ ਝੰਡਾ ਚੱਕਿਆ ਕਿ ਆਤਮ ਨਿਰਭਰ ਭਾਰਤ ਤੇ ਮੇਡ ਇਨ ਇੰਡੀਆ ਦਾ, ਉਹਨੂੰ ਸਪੋਰਟ ਕਰਨ ਲਈ ਅਸੀਂ ਇੱਕ ਇੰਡਸਟਰੀਅਲ ਟਾਊਨ ਲੈ ਕੇ ਆ ਰਹੇ ਹਾਂ। ਉਹਦਾ ਨਾਮ ਹੈ ਮੋਹਾਲੀ ਇੰਡਸਟਰੀਅਲ ਇਕਨੋਮਿਕ ਜ਼ੋਨ। ਉਹ ਇੱਕ ਵੈਲ ਪਲੈਨਡ ਤੇ ਬਹੁਤ ਡਿਫਰੈਂਟ ਇੰਡਸਟਰੀਅਲ ਟਾਊਨ ਹੈ। ਉਹ 'ਚ ਰੋਡਸ ਹੈ ਜਿਹੜੀਆਂ, ਉਹ 120 ਫੀਟ ਦੀ ਹੈ। ਉਹ ਸ਼ਾਇਦ 120 ਫੀਟ ਦੀ ਰੋਡ ਗੌਰਮੈਂਟ ਹੀ ਬਣਾਉਂਦੀ ਹੈ, ਪ੍ਰਾਈਵੇਟ ਬੰਦਾ ਤੇ ਬੱਸ ਦੀ ਗੱਲ ਨਹੀਂ ਹੈ, ਕਿਉਂਕਿ ਇੱਕ ਤਾਂ ਕਾਸਟਿੰਗ ਬਹੁਤ ਜ਼ਿਆਦਾ ਹੈ। ਤੇ ਉਦੋਂ ਬਾਅਦ ਉਹ ਜੇ ਕੰਟਰੈਕਟਰ ਜਿਹੜੇ ਮਿਲਦੇ ਨੇ, ਉਹ ਵੱਡੀ ਕੰਪਨੀ ਮਿਲਦੇ ਨੇ, ਜਿਵੇਂ L&T ਟਾਟਾ ਹੋ ਗਈ, ਜਾਂ ਜਿਹੜੇ ਨੈਸ਼ਨਲ ਹਾਈਵੇਜ਼ ਦੇ ਕੰਟਰੈਕਟਰ ਬਣਾਉਂਦੇ ਨੇ, ਉਹੀ ਬਣਾ ਸਕਦੇ ਨੇ, ਕੋਈ ਹੋਰ ਆਮ ਬੰਦੇ ਦੀ ਗੱਲ ਨਹੀਂ ਹੈਗੀ ਬਣਾਉਣੀ। ਤੇ ਉਹ ਬਣਾ ਰਹੇ ਹਾਂ ਅਸੀਂ। ਜਿਹੜੀ ਮੇਨ ਰੋਡ ਹੈ ਪ੍ਰੋਜੈਕਟ ਦੀ, ਜਿਹੜੀ ਬੈਕਬੋਨ ਹੈ ਉਹ, ਤੇ ਕਿ ਉੱਥੇ ਟ੍ਰੈਫਿਕ ਨਾ ਰਹੇ। ਤੇ ਉੱਥੇ ਅਸੀਂ ਗ੍ਰੀਨ ਏਰੀਆ ਦਾ ਇੰਨਾ ਪ੍ਰੋਵੀਜ਼ਨ ਕੀਤਾ ਹੈ। ਇੱਕ ਤਾਂ ਸਾਨੂੰ ਸ਼ੁਰੂ ਤੋਂ ਗ੍ਰੀਨਰੀ ਨਾਲ ਬਹੁਤ ਲਗਾ ਰਹੇ ਆ, ਸਾਡੇ ਸਾਰੇ ਪ੍ਰੋਜੈਕਟਾਂ ਤੇ ਲੋਕਾਂ ਨੇ ਦੇਖਿਆ ਹੀ ਹੋਊਗਾ। ਤੇ ਗ੍ਰੀਨ ਏਰੀਆ ਦਾ ਕਿ ਪੋਲਿਊਸ਼ਨ ਘੱਟ ਹੋਵੇ ਉੱਥੇ, ਤੇ ETP ਤੇ ਗੌਰਮੈਂਟ ਜਿਹੜੀ ਹੋਰ ਬਾਉਂਡਿੰਗ ਹੈ ਪੋਲਿਊਸ਼ਨ ਕੰਟਰੋਲ ਕਰਨ ਲਈ, ਉਹ ਸਾਰੀਆਂ ਅਸੀਂ ਚੀਜ਼ਾਂ ਕਰ ਰਹੇ ਹਾਂ। ਇਹ ਲੋਕੇਸ਼ਨ ਵੀ ਦੱਸੋ ਜੀ, ਕਿੱਥੇ ਲੋਕੇਸ਼ਨ ਹੋਏਗੀ, ਕਿੰਨੇ ਏਕੜ 'ਚ ਰਹੂਗਾ? ਤੁਹਾਡਾ ਓਵਰਵਿਊ ਦੇ ਦਿਓ ਵੀ ਕਿਸ ਤਰੀਕੇ ਨਾਲ ਕੀ ਕੀ ਫੈਸਿਲਿਟੀਜ਼ ਹੋਣਗੀਆਂ ਤੇ EMPLOYMENT ਜਨਰੇਸ਼ਨ ਦੀ ਕਿਉਂਕਿ ਗੱਲ ਹੈ, ਟਾਰਗੇਟ ਤੁਸੀਂ ਕਰ ਰਹੇ ਹੋ। ਕੀ ਲੱਗਦਾ ਕੀ ਟਾਰਗੇਟ ਸੈੱਟ ਕੀਤਾ ਗਿਆ EMPLOYMENT? ਜਿਹੜਾ EMPLOYMENT ਜਨਰੇਸ਼ਨ ਦਾ ਅਸੀਂ ਟਾਰਗੇਟ ਸੈੱਟ ਕੀਤਾ ਹੈ, ਜੇ ਉੱਥੇ ਸਾਰੀ ਈਜ਼ ਆਫ ਬਿਜ਼ਨਸ ਹੋਵੇ ਗੌਰਮੈਂਟ ਦਾ, ਤੇ ਜਿਹੜੀ ਸਾਡੀ ਸਪੋਰਟ ਉੱਥੇ ਹੈਗੀ ਇੰਡਸਟਰੀਜ਼ ਨੂੰ, ਉੱਥੇ ਮਿਨੀਮਮ ਟੂ ਮਿਨੀਮਮ 50,000 ਲੋਕਾਂ ਨੂੰ ਉੱਥੇ ਰੋਜ਼ਗਾਰ ਮਿਲ ਸਕਦਾ ਹੈ। ਤੇ ਉਹ ਆਉਣ ਵਾਲੇ 2-3 ਸਾਲਾਂ 'ਚ ਜਦੋਂ ਇੰਡਸਟਰੀ ਪ੍ਰੋਪਰ ਸੈਟਅਪ ਹੋ ਗਈ, ਤੁਹਾਡੇ ਸਾਹਮਣੇ ਹੋਊਗਾ, ਮਿਲੂਗਾ ਹੀ ਮਿਲੂਗਾ। ਜਿਵੇਂ ਮੋਹਾਲੀ 'ਚ ਜਦੋਂ ਇੰਡਸਟਰੀ ਸੈਟਅਪ ਹੋਈ, ਉਦੋਂ EMPLOYMENT ਮਿਲੀ ਲੋਕਾਂ ਨੂੰ। ਚੰਡੀਗੜ੍ਹ ਇੰਡਸਟਰੀਅਲ ਏਰੀਆ ਬਹੁਤ ਪੁਰਾਣਾ ਹੈ, ਉੱਥੇ ਲੋਕ EMPLOYMENT ਮਿਲ ਹੀ ਰਹੀ ਹੈ। ਜੋ ਆਪਣਾ ਮੁੱਦਾ ਮੇਨ ਦਾ ਹੁਣ ਚੱਲ ਰਿਹਾ ਕਿ EMPLOYMENT ਨਹੀਂ ਹੈਗੀ ਪੰਜਾਬ 'ਚ, ਉਹ ਮੁੜ 2-3 ਸਾਲ 'ਚ ਵਾਪਿਸ ਆ ਜਾਣੀ ਹੈ। ਤੇ ਜਿਹੜਾ ਲੋਕੇਸ਼ਨ ਹੈ NH 205 ਤੇ ਹੈ, ਬਨੂੜ ਤੇਪਲਾ ਰੋਡ। ਉਹ ਬਨੂੜ ਤੋਂ ਲੈ ਕੇ ਸ਼ੰਭੂ ਬੈਰੀਅਰ ਨੂੰ ਜੁਆਇਨ ਕਰ ਰਹੀ, ਉਹ ਰੋਡ ਹੈ ਆਹ।
ਤੇ ਬਹੁਤ ਵਧੀਆ ਕਨੈਕਟੀਵਿਟੀ ਹੈ। ਮੋਹਾਲੀ ਤੋਂ ਐਰੋ ਸਿਟੀ ਤੋਂ 7-8 ਮਿੰਟ ਦਾ ਰਸਤਾ ਹੈ, ਆਪਣੇ ਚੰਡੀਗੜ੍ਹ ਤੋਂ ਅੱਧੇ ਘੰਟੇ ਦਾ ਰਸਤਾ ਹੈ, ਤੇ ਜ਼ੀਰਕਪੁਰ ਤੋਂ 10-15 ਮਿੰਟ ਦਾ ਰਸਤਾ ਹੈ। ਕਿ ਬੰਦੇ ਨੂੰ ਇੱਕ ਤਾਂ ਜਿਹੜਾ ਵੀ ਚੰਡੀਗੜ੍ਹ ਦਾ ਬੰਦਾ ਇੰਡਸਟਰੀਲਿਸਟ, ਉਹਨੂੰ ਆ ਨਹੀਂ ਲੱਗੂਗਾ ਕਿ ਮੇਰੀ ਇੰਡਸਟਰੀ ਯਾਰ 100 ਕਿਲੋਮੀਟਰ ਦੂਰ ਹੈ, ਉਹਨੂੰ 2 ਘੰਟੇ ਜਾਣ 'ਚ ਲੱਗਣਗੇ, ਉਹਨੂੰ ਅੱਧਾ ਘੰਟਾ ਪਹਿਲਾਂ ਘਰੋਂ ਨਿਕਲਣਾ ਪੈਣਾ ਇੰਡਸਟਰੀ ਪਹੁੰਚਣ 'ਚ। ਆਸ਼ੀਸ਼ ਮਿੱਤਲ ਜੀ ਨਾਲ ਗੱਲਬਾਤ ਕਰ ਲੈਂਦੇ। ਮਿੱਤਲ ਸਾਹਿਬ, ਇੰਡਸਟਰੀਅਲ ਹੱਬ ਪਹਿਲਾਂ ਹੀ ਮੋਹਾਲੀ ਬਣ ਚੁੱਕਿਆ ਤੇ ਤੁਸੀਂ ਜਿਵੇਂ ਗੱਲ ਕਰ ਰਹੇ ਹੋ ਕਿ ਫਸਟ ਇਨ ਕਾਈਂਡ ਹੈਗਾ ਜਿਹੜਾ ਇਹ ਪ੍ਰੋਜੈਕਟ ਹੈਗਾ ਮੋਹਾਲੀ ਇੰਡਸਟਰੀਅਲ ਇਕਨੋਮਿਕ ਜ਼ੋਨ, ਸੋ ਕਿਸ ਤਰੀਕੇ ਦੇ ਨਾਲ ਵੱਖਰਾ ਰਹੂਗਾ ਜੀ, ਤੇ ਫਿਊਚਰ ਦੇ ਵਿੱਚ ਕੀ ਪਲੈਨਿੰਗਸ ਆ ਉਹ ਵੀ ਦੱਸੋ। ਮੋਹਾਲੀ ਦੇ ਵਿੱਚ ਜਿੰਨੇ ਵੀ ਹਾਲੇ ਤੱਕ ਇੰਡਸਟਰੀਅਲ ਪਲਾਟਿੰਗ ਦੇ ਪ੍ਰੋਜੈਕਟ ਜਾਂ ਕੋਈ ਇਸ ਤਰੀਕੇ ਦੇ ਇੰਡਸਟਰੀਅਲ ਪਾਰਕ ਆਏ ਨੇ, ਉਹਨਾਂ ਦੇ ਵਿੱਚ ਜ਼ੋਨਿੰਗ ਜਿਹੜੀ ਹੈਗੀ ਹੈ ਗ੍ਰੀਨ ਜ਼ੋਨਿੰਗ ਹੈਗੀ ਹੈ ਜਾਂ ਵੱਧ ਤੋਂ ਵੱਧ ਔਰੇਂਜ ਜ਼ੋਨ ਹੈਗਾ। ਇਸ ਦੇ ਵਿੱਚ ਕੀ ਹੈ ਕਿ ਪੋਲਿਊਸ਼ਨ ਦੀ ਲਿਮਿਟੇਸ਼ਨਸ ਹੁੰਦੀਆਂ ਨੇ ਵੀ ਇਸ ਪੋਲਿਊਸ਼ਨ ਤੋਂ ਉੱਪਰ ਦੀ ਇੰਡਸਟਰੀ ਨਹੀਂ ਲੱਗ ਸਕਦੀ, ਜਿਸ ਕਰਕੇ ਜਿਹੜੀ ਵੱਡੀ ਗਰੋਥ ਹੈਗੀ ਹੈ ਆਪਣੇ ਟਰਾਈ ਸਿਟੀ ਏਰੀਆ ਦੀ ਉਹ ਹਲੇ ਪੈਂਡਿੰਗ ਹੈ। ਅਸੀਂ ਇਸ ਪ੍ਰੋਜੈਕਟ ਨੂੰ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਨੂੰ ਫ੍ਰੀ ਜ਼ੋਨ ਕਰਾ ਲਿਆ ਜਾਏ। ਫ੍ਰੀ ਜ਼ੋਨ ਦੇ ਵਿੱਚ ਕਿਸੇ ਵੀ ਲੈਵਲ ਤੱਕ ਦੀ ਪੋਲਿਊਸ਼ਨ ਇੰਡਸਟਰੀ ਇਸ ਦੇ ਵਿੱਚ ਅਲਾਉ ਹੋ ਜਾਏਗੀ। ਵੱਡੀ ਇੰਡਸਟਰੀ ਜਿਹੜੀ ਜਿਸ ਕਰਕੇ ਆਪਣੇ ਏਰੀਆ 'ਚ ਨਹੀਂ ਆ ਪਾ ਰਹੀ, ਉਹ ਹੁਣ ਇੱਥੇ ਆ ਪਾਏਗੀ। ਇਸ ਤੋਂ ਇਲਾਵਾ ਜਿਹੜੀ ਇੰਡਸਟਰੀ ਨੂੰ ਬੇਸਿਕ ਫੈਸਿਲਿਟੀਜ਼, ਕਾਮਨ ਫੈਸਿਲਿਟੀਜ਼ ਚਾਹੀਦੀਆਂ ਹੁੰਦੀਆਂ ਨੇ, ਉਹ ਅੱਜ ਤੱਕ ਕਿਸੇ ਨੇ ਵੀ, ਨਾ ਗੌਰਮੈਂਟ ਨੇ ਧਿਆਨ ਦਿੱਤੀਆਂ ਨੇ, ਨਾ ਹੀ ਕਿਸੇ ਪ੍ਰਾਈਵੇਟ ਬਿਲਡਰ ਨੇ, ਡਿਵੈਲਪਰ ਨੇ ਉਸ ਦੇ ਉੱਪਰ ਪੈਸਾ ਇੰਨਾ ਇਨਵੈਸਟ ਕਰਨ ਦੀ ਸੋਚੀ ਹੈ। ਅਸੀਂ ਇਸ ਪ੍ਰੋਜੈਕਟ ਦੇ ਵਿੱਚ ਇਸ ਤਰ੍ਹਾਂ ਦੀਆਂ ਸਾਰੀਆਂ ਵੱਡੀਆਂ ਕਾਮਨ ਫੈਸਿਲਿਟੀਜ਼ ਜਿਹੜੀਆਂ ਐਕਚੁਅਲੀ ਇੰਡਸਟਰੀ ਨੂੰ ਚਾਹੀਦੀਆਂ ਹੁੰਦੀਆਂ ਨੇ, ਉਹ ਸਾਰੀਆਂ ਇਸ ਦੇ ਵਿੱਚ ਪਲਾਨ ਕਰ ਰਹੇ ਹਾਂ। ਜਿਵੇਂ ਕਿ ਕਾਮਨ ਐਫਲੂਐਂਟ ਟਰੀਟਮੈਂਟ ਪਲਾਂਟ ਅਸੀਂ ਇਸ ਦੇ ਵਿੱਚ ਲਗਾ ਰਹੇ ਹਾਂ, ਜਿਸ ਦੇ ਵਿੱਚ ਕਿਸੇ ਵੀ ਇੰਡਸਟਰੀਅਲ ਵੇਸਟ ਨੂੰ ਟਰੀਟ ਕਰਕੇ ਉਸ ਨੂੰ ਫਿਰ ਅੱਗੇ ਡਿਸਪੋਜ਼ ਆਫ ਕੀਤਾ ਜਾਏਗਾ। ਰੋਡਸ ਵੱਡੀਆਂ ਨੇ। ਬਿਜ਼ਨਸ ਸੈਂਟਰ ਅਸੀਂ ਇਸ ਦੇ ਵਿੱਚ ਬਣਾ ਰਹੇ ਹਾਂ। ਬਿਜ਼ਨਸ ਸੈਂਟਰ ਦੇ ਵਿੱਚ ਅਸੀਂ ਐਕਸਪੋ ਬਣਾਵਾਂਗੇ, ਐਗਜ਼ੀਬਿਸ਼ਨ ਹਾਲ, ਕਨਵੈਨਸ਼ਨ ਸੈਂਟਰ, ਫੂਡ ਕੋਰਟ, ਕਲੱਬ ਹਾਊਸ, ਇਸ ਤਰ੍ਹਾਂ ਦੀਆਂ ਫੈਸਿਲਿਟੀਜ਼ ਸਾਰੀਆਂ ਮਿਲਣਗੀਆਂ। ਆਉਣ ਵਾਲਾ ਟਾਈਮ ਜਿਹੜਾ ਇੰਡਸਟਰੀ ਦਾ ਹੈਗਾ, ਉਹ ਬਹੁਤ ਟ੍ਰੈਡੀਸ਼ਨਲ ਟਾਈਪ ਦੀ ਇੰਡਸਟਰੀ ਨਹੀਂ ਲੱਗ ਰਹੀ। ਆਉਣ ਵਾਲੇ ਟਾਈਮ 'ਚ ਇੰਡਸਟਰੀ ਨੂੰ ਬਾਹਰ ਤੋਂ ਆਪਣੇ ਗੈਸਟ ਵੀ ਬੁਲਾਉਣੇ ਪੈਂਦੇ ਨੇ, ਕੰਸਟਰਕਸ਼ਨ ਟੈਕਨੀਸ਼ੀਅਨਸ ਵੀ ਬੁਲਾਉਣੇ ਪੈਂਦੇ ਨੇ, ਉਹਨਾਂ ਵਾਸਤੇ ਅਰੇਂਜਮੈਂਟ ਸਾਰਾ ਉੱਥੇ ਹੋਏਗਾ। ਸਕਿੱਲ ਡਿਵੈਲਪਮੈਂਟ ਸੈਂਟਰ ਅਸੀਂ ਇਸ ਦੇ ਵਿੱਚ ਕ੍ਰੀਏਟ ਕਰਾਂਗੇ, ਡਿਸਪੈਂਸਰੀ ਇਸ ਦੇ ਵਿੱਚ ਬਣਾਵਾਂਗੇ। ਫਿਰ ਉੱਥੇ ਜਿਹੜੇ ਬੰਦੇ ਰਹਿਣਗੇ, ਕੰਮ ਕਰਨਗੇ, ਉਹਨਾਂ ਵਾਸਤੇ ਹਾਊਸਿੰਗ ਦੀ ਵੀ ਅਰੇਂਜਮੈਂਟ ਹੋਏਗਾ। ਉਹਨਾਂ ਦੇ ਬੱਚਿਆਂ ਵਾਸਤੇ ਸਕੂਲਸ ਦਾ ਅਰੇਂਜਮੈਂਟ ਹੋਏਗਾ, ਉੱਥੇ ਪ੍ਰਾਇਮਰੀ ਸਕੂਲ ਦਾ ਅਰੇਂਜਮੈਂਟ ਹੋਏਗਾ। ਆਪਣਾ ਲੈਬੋਰੇਟਰੀ ਅਸੀਂ ਉੱਥੇ ਕ੍ਰੀਏਟ ਕਰ ਰਹੇ ਹਾਂ, ਧਰਮ ਕੰਡਾ ਉੱਥੇ ਬਣਾ ਰਹੇ ਹਾਂ। ਮਤਲਬ ਜੋ ਵੀ ਇੱਕ ਇੰਡਸਟਰੀ ਨੂੰ ਰਿਕੁਆਇਰਮੈਂਟ ਹੁੰਦੀ ਹੈ, ਉਹ ਹਰ ਤਰੀਕੇ ਦੀ ਰਿਕੁਆਇਰਮੈਂਟ ਅਸੀਂ ਇਹਦੇ ਵਿੱਚ ਪੂਰੀ ਕਰ ਰਹੇ ਹਾਂ। ਲੌਜਿਸਟਿਕ ਪਾਰਕ ਵਾਸਤੇ ਸੈਪਰੇਟ ਏਰੀਆ ਅਸੀਂ ਮਾਰਕ ਕੀਤਾ ਹੈਗਾ। ਫਿਰ ਅਸੀਂ ਇਹ ਪੂਰੇ ਪ੍ਰੋਜੈਕਟ ਦੀ ਜ਼ੋਨਿੰਗ ਕੀਤੀ ਹੈ। ਜ਼ੋਨਿੰਗ ਦੇ ਵਿੱਚ ਅਸੀਂ ਇੱਕ ਬਹੁਤ ਵੱਡਾ ਏਰੀਏ ਨੂੰ ਹਾਊਸਿੰਗ ਐਂਡ ਕੰਸਟਰਕਸ਼ਨ ਰਿਲੇਟਿਡ ਬਲਕ ਮਾਰਕੀਟ ਕ੍ਰੀਏਟ ਕਰ ਰਹੇ ਹਾਂ। ਇੱਕ ਏਰੀਏ ਨੂੰ ਅਸੀਂ ਟੈਕਸਟਾਈਲ ਪਾਰਕ ਬਣਾ ਰਹੇ ਹਾਂ। ਇੱਕ ਬਹੁਤ ਵੱਡਾ ਫਾਰਮਾ ਪਾਰਕ ਅਸੀਂ ਇੱਥੇ ਲੈ ਕੇ ਆ ਰਹੇ ਹਾਂ। ਫਾਰਮਾ ਇੰਡਸਟਰੀ ਦੀ ਰਿਕੁਆਇਰਮੈਂਟ ਹਾਲੇ ਬਹੁਤ ਜ਼ਿਆਦਾ ਹੈਗੀ ਹੈ, ਬਹੁਤ ਗਰੋਥ ਹਾਲੇ ਸਾਹਮਣੇ ਦਿਖ ਰਹੀ ਹੈ। ਜਨਰਲ ਟੂਲ ਇੰਡਸਟਰੀ ਵਾਸਤੇ ਇੱਕ ਸੈਪਰੇਟ ਏਰੀਆ ਅਸੀਂ ਮਾਰਕ ਕੀਤਾ ਹੈਗਾ, ਜ਼ੋਨਿੰਗ ਕੀਤੀ ਹੈ, ਸੋ ਦੈਟ ਉਹਨਾਂ ਇੰਡਸਟਰੀ ਦੇ ਰਿਲੇਟਿਡ ਹੀ ਅਸੀਂ ਸਪੈਸੀਫਿਕ ਉਹਨਾਂ ਦੇ ਕਾਮਨ ਫੈਸਿਲਿਟੀ ਸੈਂਟਰ ਬਣਾ ਪਾਈਏ। ਇਸ ਤਰੀਕੇ ਨਾਲ ਅਸੀਂ ਸਾਰੀ ਬਾਕੀ ਡਿਵੈਲਪਮੈਂਟ ਜਿਹੜੀ ਹੈਗੀ ਹੈ, ਉਹ ਸਾਰੀ ਅਸੀਂ ਬੈਸਟ ਅੱਜ ਤੱਕ ਹਰੇ ਪ੍ਰੋਜੈਕਟ 'ਚ ਬੈਸਟ ਪ੍ਰੋਜੈਕਟ ਡਿਵੈਲਪਮੈਂਟ ਕੀਤੀ ਹੈਗੀ ਹੈ, ਟਾਈਮਲੀ ਕੀਤੀ ਹੈਗੀ ਹੈ। ਇੱਥੇ ਵੀ ਸਾਡਾ ਪਰਪਸ ਇਹੀ ਹੈ ਕਿ ਟਾਰਗੇਟ ਇਹੀ ਹੈ, ਅਸੀਂ ਟਾਈਮਲੀ ਡਿਲੀਵਰ ਕਰ ਦਈਏ, ਵਧੀਆ ਡਿਲੀਵਰ ਕਰ ਦਈਏ। ਪਲੱਸ ਸਭ ਤੋਂ ਵੱਡੀ ਗੱਲ, ਸਾਡਾ ਟਾਰਗੇਟ ਇਸ ਪ੍ਰੋਜੈਕਟ ਨੂੰ ਸਿਰਫ ਵੇਚਣਾ ਤੇ ਡਿਲੀਵਰ ਕਰਨਾ ਨਹੀਂ ਹੈਗਾ। ਸਾਡੀ ਸਾਰਾ ਇਹ ਫੈਸਿਲਿਟੀਜ਼ ਸੈਂਟਰ ਕ੍ਰੀਏਟ ਕਰਨ ਦਾ, ਇੰਨੇ ਫੈਸਿਲਿਟੀ ਦੇਣ ਦਾ ਪਰਪਸ ਸਭ ਤੋਂ ਵੱਡਾ ਸਾਡਾ ਦਿਮਾਗ 'ਚ ਕੀ ਹੈਗਾ ਕਿ ਅਸੀਂ ਇੱਥੇ ਐਂਡ ਯੂਜ਼ਰ ਇੰਡਸਟਰੀ ਨੂੰ ਲਿਆ ਸਕੀਏ। ਉਹ ਜਿਹੜੇ ਕਿ ਹੁਣ ਅੱਜ ਦੀ ਡੇਟ 'ਚ ਸਾਡੇ ਕੋਲ ਇੰਨੇ ਜ਼ਿਆਦਾ ਇਨਕੁਆਇਰੀ ਆ ਰਹੀ ਹੈ, ਹਾਲਾਂਕਿ ਅਸੀਂ ਉਸ ਨੂੰ ਹਾਲੇ ਸੇਲ ਨਹੀਂ ਸ਼ੁਰੂ ਕੀਤੀ ਕਿਉਂਕਿ ਹਾਲੇ ਸਾਡੇ ਅਪਰੂਵਲ ਸਾਰੇ ਕੰਪਲੀਟ ਨਹੀਂ ਹੋਏ ਹੈਗੇ। ਅਪਰੂਵਲ ਹੋਣਗੇ ਉਦੋਂ ਅਸੀਂ ਇਹਨਾਂ ਨੂੰ ਸੇਲ ਕਰਾਂਗੇ। ਪਰ ਇੰਨੀ ਕੁ ਇਨਕੁਆਇਰੀ ਆ ਰਹੀ ਹੈ ਕਿ ਐਂਡ ਯੂਜ਼ਰ ਇੰਡਸਟਰੀ ਨੂੰ ਜਦੋਂ ਪਤਾ ਲੱਗ ਰਿਹਾ ਵੀ ਇੰਨੇ ਫੀਚਰ, ਇੰਨੀ ਫੈਸਿਲਿਟੀਜ਼ ਇੱਥੇ ਮਿਲ ਰਹੀਆਂ ਨੇ, ਉਹਨਾਂ ਨੂੰ ਕੋਈ ਹੋਰ ਆਪਸ਼ਨ ਸਮਝ ਹੀ ਨਹੀਂ ਆ ਰਹੀ। ਇਸ ਤੋਂ ਬਾਅਦ ਤੁਸੀਂ ਅਪਰੂਵਲ ਦੀ ਗੱਲ ਕੀਤੀ ਹੈ ਜੀ, ਪੰਜਾਬ ਦੇ ਵਿੱਚ ਨਵੀਂ ਸਰਕਾਰ ਬਣੀ ਆਮ ਆਦਮੀ ਪਾਰਟੀ ਦੀ, ਅਕਸਰ ਗੱਲਾਂ ਕਰਦੇ ਸੀ ਪਹਿਲਾਂ ਵੀ, ਭਗਵੰਤ ਮਾਨ ਸਾਹਿਬ ਵੀ ਇੰਡਸਟਰੀਅਲ ਹੱਬ ਬਣਾਉਣਾ ਹੈ, ਬਹੁਤ ਸਾਰੇ ਇੰਡਸਟਰੀਲਿਸਟ ਜਿਹੜੇ ਭੱਜ ਗਏ ਸੀਗੇ, ਦੁਬਾਰਾ ਉਹਨਾਂ ਦਾ ਜਿਹੜਾ ਟਰਸਟ ਹੈ ਰੀਗੇਨ ਕਰਨਾ ਚਾਹੁੰਦੇ ਆ, ਤੇ ਉਹਨਾਂ ਤੋਂ ਰਿਸਪੌਂਸ ਕਿਵੇਂ ਦਾ ਮਿਲ ਰਿਹਾ ਸਰ?
ਸਾਨੂੰ ਦੇਖੋ ਸਾਡਾ ਜਿਹੜਾ ਚੇਂਜ ਆਫ ਲੈਂਡ ਯੂਜ਼ ਨੋਰਮਲੀ 8 ਤੋਂ 10 ਮਹੀਨੇ ਲੱਗਦੇ ਸੀਗੇ, ਸਾਨੂੰ 1 ਮਹੀਨੇ ਵਿੱਚ ਇਹਨਾਂ ਨੇ ਇਨਵੈਸਟ ਪੰਜਾਬ ਦੇ ਥਰੂ ਚੇਂਜ ਆਫ ਲੈਂਡ ਯੂਜ਼ ਦਿੱਤਾ ਹੈਗਾ। ਸਾਨੂੰ ਇਸ ਸਰਕਾਰ ਤੋਂ ਬਹੁਤ ਉਮੀਦਾਂ ਨੇ ਕਿ ਵੀ ਇਹ ਸਰਕਾਰ ਇੰਡਸਟਰੀ ਵਾਸਤੇ, ਬਿਜ਼ਨਸ ਨੂੰ ਇੱਥੇ ਲਿਆਉਣ ਵਾਸਤੇ, ਇਨਵੈਸਟਮੈਂਟ ਨੂੰ ਬਾਹਰ ਤੋਂ ਇੱਥੇ ਲਿਆਉਣ ਵਾਸਤੇ, ਪੰਜਾਬ ਨੂੰ ਇੱਕ ਨਵੇਂ ਸਿਰੇ ਤੋਂ ਇੰਡਸਟਰੀਅਲ ਹੱਬ ਬਣਾਉਣ ਵਾਸਤੇ, ਜੋਬ ਕ੍ਰੀਏਸ਼ਨ ਵਾਸਤੇ, ਟੈਕਸ ਕਲੈਕਸ਼ਨ ਵਧਾਉਣ ਵਾਸਤੇ ਬਹੁਤ ਕੁਝ ਕਰੇਗੀ। ਔਰ ਜੋ ਸਾਡੀਆਂ ਉਮੀਦਾਂ ਨੇ, ਸਾਨੂੰ ਇਹਨਾਂ ਦਾ ਕੰਮ ਕਰਨ ਦੇ ਤਰੀਕੇ ਨਾਲ ਇਹ ਲੱਗ ਰਿਹਾ ਹੈ ਕਿ ਇਹ ਉਸੇ ਸੋਚ ਨਾਲ ਕੰਮ ਵੀ ਕਰ ਰਹੇ ਨੇ। ਜੋ ਸੋਚ ਜਿਵੇਂ ਹੁਣ ਨਰਿੰਦਰ ਮੋਦੀ ਜੀ ਇੱਕ ਪੂਰੇ ਇੰਡੀਆ ਨੂੰ ਮੇਕ ਇਨ ਇੰਡੀਆ, ਆਤਮ ਨਿਰਭਰ ਭਾਰਤ ਬਣਾਉਣ ਦੇ ਉਸ 'ਚ ਕੰਮ ਕਰ ਰਹੇ ਨੇ, ਉਸੇ ਤਰੀਕੇ ਨਾਲ ਸਾਨੂੰ ਲੱਗ ਰਿਹਾ ਹੈ ਕਿ ਭਗਵੰਤ ਮਾਨ ਸਰਕਾਰ, ਆਮ ਆਦਮੀ ਪਾਰਟੀ ਸਰਕਾਰ ਵੀ ਪੂਰੇ ਪੰਜਾਬ ਨੂੰ ਇੱਕ ਬਹੁਤ ਵੱਡੇ ਲੈਵਲ ਤੇ ਇੱਕ ਬਿਜ਼ਨਸ ਹੱਬ, ਇੰਡਸਟਰੀ ਹੱਬ ਬਣਾਉਣ ਦੀ ਕੋਸ਼ਿਸ਼ 'ਚ ਲੱਗੀ ਹੋਈ ਹੈ। ਤੇ ਉਹ ਕੋਸ਼ਿਸ਼ ਉਹਨਾਂ ਦੇ ਨਾਲ ਅਸੀਂ ਇੱਕ ਛੋਟਾ ਜਿਹਾ ਰੋਲ ਪਲੇ ਕਰਕੇ ਅਸੀਂ ਵੀ ਉਹਨਾਂ ਦਾ ਸਾਥ ਦੇਣਾ ਚਾਹੁੰਦੇ ਹਾਂ, ਜਿਸ ਦੇ ਨਾਲ ਇੰਡਸਟਰੀ ਇੱਥੇ ਵੱਧ ਤੋਂ ਵੱਧ ਆ ਜਾਏ। ਜੀ ਵਾਪਸ ਤੁਹਾਡੇ ਪ੍ਰੋਜੈਕਟ ਤੇ ਆਈਏ ਜੀ। ਮਿੱਤਲ ਜੀ ਵੀ ਦੱਸੋ ਕਿੰਨੇ ਏਕੜ ਦੇ ਵਿੱਚ ਰਹਿਣ ਵਾਲਾ? ਤਾਂ ਪਹਿਲਾਂ ਇੰਡਸਟਰੀਅਲ ਪਲਾਟਿੰਗ ਤੋਂ ਸ਼ੁਰੂ ਹੈ, ਉੱਥੇ ਬੇਸਡ ਹੈ, ਉਸ ਤੋਂ ਬਾਅਦ ਹਾਊਸਿੰਗ ਹੈ। ਜਿਹੜੀ ਹਾਊਸਿੰਗ ਬਾਰੇ ਗੱਲ ਕੀਤੀ ਜਾਵੇ, ਉਹ ਕਦੋਂ ਸ਼ੁਰੂ ਹੋਊਗਾ, ਕਿੰਨੇ ਫੇਸਿਸ ਹੋਣਗੇ ਤੇ ਕੀ ਡੈਡਲਾਈਨ ਰੱਖੀ ਗਈ? ਸਾਡਾ ਜਿਹੜਾ ਇਹ ਫੇਸ 1 ਜਿਹਦਾ ਹਾਲੇ ਚੇਂਜ ਆਫ ਲੈਂਡ ਯੂਜ਼ ਹੋਇਆ, ਇਹ 105 ਏਕੜ ਦਾ ਹੈ। 105 ਏਕੜ ਦੇ ਵਿੱਚ ਅਸੀਂ ਹਲੇ ਫਿਲਹਾਲ ਇਸ ਦੀ ਜ਼ੋਨਿੰਗ ਜਿਹੜੀ ਕੀਤੀ ਹੈ ਉਹ ਜਨਰਲ ਇੰਡਸਟਰੀ ਦੀ ਕੀਤੀ ਹੈ। ਇਸ ਦੇ ਨਾਲ ਬਿਲਕੁਲ ਨੈਕਸਟ ਐਕਸਪੈਂਸ਼ਨ ਜਿਹੜੀ ਸਾਡੀ ਪਲਾਨ ਹੈਗੀ ਹੈ, ਉਹ ਹੈਗੀ ਹੈ ਕੰਸਟਰਕਸ਼ਨ ਰਿਲੇਟਿਡ, ਹਾਊਸਿੰਗ ਰਿਲੇਟਿਡ ਇੱਕ ਬਲਕ ਮਾਰਕੀਟ ਕ੍ਰੀਏਟ ਕਰਨ ਦੀ ਪਲੈਨਿੰਗ ਅਸੀਂ ਬਹੁਤ ਜਲਦੀ ਇੰਪਲੀਮੈਂਟ ਕਰ ਦਾਂਗੇ। ਦੇਅਰ ਆਫਟਰ ਅਸੀਂ ਇੱਕ ਫਾਰਮਾ ਪਾਰਕ ਦੀ ਪਲੈਨਿੰਗ 'ਚ ਕਰ ਰਹੇ ਹਾਂ। ਉਹ ਫਾਰਮਾ ਇੰਡਸਟਰੀ ਵਾਸਤੇ ਇੱਕ ਸੈਪਰੇਟ ਪਾਰਕ ਹੋਏਗਾ। ਇਸ ਤੋਂ ਇਲਾਵਾ ਟੈਕਸਟਾਈਲ ਪਾਰਕ ਨੂੰ ਅਸੀਂ ਪਲਾਨ ਕਰ ਰਹੇ ਹਾਂ, ਜਿਹਨੂੰ ਸ਼ਾਇਦ ਟਾਈਮ ਲੱਗ ਜਾਏ, ਬਟ ਇਹ ਜਿਹੜੇ ਦੋ ਹੈਗੇ ਨੇ ਕੰਸਟਰਕਸ਼ਨ ਰਿਲੇਟਿਡ, ਹਾਊਸਿੰਗ ਰਿਲੇਟਿਡ, ਬਲਕ ਮਾਰਕੀਟ, ਇਹ ਬਹੁਤ ਜਲਦੀ ਅਸੀਂ ਪਲਾਨ ਇੰਪਲੀਮੈਂਟ ਕਰਕੇ ਇਸ ਦਾ ਅਪਰੂਵਲ ਪਾ ਦਾਂਗੇ। ਤੇ ਫਾਰਮਾ ਪਾਰਕ ਵਾਸਤੇ ਵੀ ਅਸੀਂ ਬਹੁਤ ਜਲਦੀ ਇੱਥੇ ਕੰਮ ਸ਼ੁਰੂ ਕਰ ਦਾਂਗੇ। ਤੁਸੀਂ ਉਦਾਹਰਨ ਦੇ ਰਹੇ ਸੀਗੇ ਚਾਈਨਾ ਦੇ ਸ਼ਹਿਰ ਸ਼ੰਘਾਈ ਦਾ, ਉਸ ਤਰੀਕੇ ਦਾ ਜਿਹੜਾ এনवायरमेंट ਆ ਉਹ ਇੱਥੇ ਕਿਵੇਂ ਲੈ ਕੇ ਆਉਂਗੇ? ਇਹ ਜਿਹੜੀ ਜ਼ੋਨਿੰਗ ਦਾ ਹੈ ਨਾ ਜੀ, ਇਹ ਜ਼ੋਨਿੰਗ ਇੱਕ ਜੇ ਕਿਸੇ ਪ੍ਰੋਜੈਕਟ ਨੂੰ ਕਾਮਯਾਬ ਕਰਨਾ ਹੋਵੇ ਤਾਂ ਜ਼ੋਨਿੰਗ ਬਹੁਤ ਜ਼ਰੂਰੀ ਹੁੰਦੀ ਹੈ। ਵੀ ਕੋਈ ਵੀ ਬੰਦਾ ਕਿਤੇ ਵੀ ਕੰਮ ਕਰੇ, ਉਹ ਕਿਤੇ ਕੋਈ ਕੰਮ ਨਹੀਂ ਹੋ ਪਾਉਂਦਾ। ਜਿੱਥੇ ਤੁਹਾਨੂੰ ਪਤਾ ਹੈ ਕਿ ਇੱਥੇ ਸਪੈਸੀਫਿਕ ਇਹ ਇੰਡਸਟਰੀ ਵਾਸਤੇ ਇਹ ਜਗ੍ਹਾ ਹੈਗੀ ਹੈ, ਉੱਥੇ ਇੰਡਸਟਰੀ ਵੀ ਆਉਂਦੀ ਹੈ ਤੇ ਇੰਡਸਟਰੀ ਦੇ ਰਿਲੇਟਿਡ ਜਿਹੜਾ ਜਿਸ ਆਖਿਰ ਨੂੰ ਇੰਡਸਟਰੀ ਨੇ ਆਪਣਾ ਸਮਾਨ ਵੇਚਣਾ ਹੈ, ਉਹਦੇ ਆਪਣੇ ਰॉ ਮਟੀਰੀਅਲ ਪਰਚੇਜ਼ ਕਰਨਾ ਹੈ। ਜਿੱਥੇ ਇੱਕ ਹੱਬ ਹੁੰਦਾ ਹੈ, ਉੱਥੇ ਉਹਨਾਂ ਨੂੰ ਲੇਬਰ ਵੀ ਉਸ ਤਰੀਕੇ ਦੀ ਮਿਲਦੀ ਹੈ, ਰॉ ਮਟੀਰੀਅਲ ਪਰਚੇਜ਼ ਦੀ ਵੀ ਸਹੂਲਤ ਮਿਲਦੀ ਹੈ, ਫਿਰ ਉਸ ਤਰੀਕੇ ਦਾ ਕਲਾਇੰਟਲ ਵੀ ਉਸ ਨੂੰ ਸੇਲ ਵਾਸਤੇ ਵੀ ਉੱਥੇ ਅਵੇਲੇਬਲ ਹੋ ਜਾਂਦਾ ਹੈ। ਤਾਂ ਸਾਰੀਆਂ ਕਾਮਨ ਫੈਸਿਲਿਟੀਜ਼ ਵੀ ਅਰੇਂਜ ਅਸੀਂ ਕਰ ਦਾਂਗੇ ਉਹਨਾਂ ਦੀਆਂ। ਤਾਂ ਇਹ ਇੱਕ ਸ਼ੰਘਾਈ ਦਾ ਜਿਹੜਾ ਤੁਸੀਂ ਗੱਲ ਪੁੱਛ ਰਹੇ ਹੋ, ਉੱਥੇ ਵੀ ਇਹ ਕਲਸਟਰ ਸਿਸਟਮ ਬਣੇ ਹੋਏ ਨੇ। ਤੁਸੀਂ ਕਿਸੇ ਵੀ ਇੱਕ ਆਈਟਮ ਵਾਸਤੇ ਤੁਸੀਂ ਜਾਓਗੇ, ਉੱਥੇ ਪੂਰਾ ਇੱਕ ਵੱਡਾ ਕਲਸਟਰ ਉਸੇ ਆਈਟਮ ਦਾ ਮਿਲੇਗਾ ਤੁਹਾਨੂੰ। ਇਸ ਤਰੀਕੇ ਨਾਲ ਅਸੀਂ ਵੀ ਇੱਥੇ ਇੱਕ ਹਬਸ ਕ੍ਰੀਏਟ ਕਰ ਰਹੇ ਹਾਂ, ਇੱਕ ਕਲਸਟਰ ਸਿਸਟਮ ਕ੍ਰੀਏਟ ਕਰ ਰਹੇ ਹਾਂ। ਜਿਵੇਂ ਤੁਹਾਨੂੰ ਮੈਂ 3 ਕਲਸਟਰ 4 ਕਲਸਟਰ ਦੀ ਗੱਲ ਕੀਤੀ, ਇੱਕ ਜਨਰਲ ਇੰਡਸਟਰੀ ਦਾ ਅਸੀਂ ਆਲਰੇਡੀ ਕਰਤਾ ਹੈਗਾ। ਉਸ ਤੋਂ ਜਨਰਲ ਇੰਡਸਟਰੀ ਤੋਂ ਬਾਅਦ ਅਸੀਂ ਕੰਸਟਰਕਸ਼ਨ ਰਿਲੇਟਿਡ ਹੱਬ ਬਣਾ ਰਹੇ ਹਾਂ, ਬਲਕ ਮਾਰਕੀਟ ਬਣਾ ਰਹੇ ਹਾਂ। ਦੇਅਰ ਆਫਟਰ ਅਸੀਂ ਇੱਕ ਫਾਰਮਾ, ਫਿਰ ਉਸ ਤੋਂ ਬਾਅਦ ਟੈਕਸਟਾਈਲ 'ਤੇ ਕੰਮ ਕਰਾਂਗੇ। ਆਖਰੀ ਸਵਾਲ ਜੀ, ਤੁਸੀਂ ਸਿੰਗਲ ਵਿੰਡੋ ਸਪੋਰਟ ਸਿਸਟਮ ਦੀ ਗੱਲ ਕੀਤੀ ਹੈ ਕਿ ਉਹ ਖਾਸ ਰਹੂਗਾ ਤੁਹਾਡੇ ਇਸ ਮੈਗਾ ਪ੍ਰੋਜੈਕਟ ਦੇ ਵਿੱਚ, ਸੋ ਉਹਦੇ ਨਾਲ ਕਿਵੇਂ ਕੰਮ ਜਿਹੜਾ ਸੁਖਾਲਾ ਹੋਊਗਾ ਜੀ? ਦੇਖੋ, ਮੈਂ ਇਹ ਮੰਨਦਾ, ਚਾਹੇ ਕੋਈ ਇੱਕ ਨਵਾਂ ਐਂਟਰਪ੍ਰੈਨਿਓਰ ਆ ਕੇ ਇੰਡਸਟਰੀ ਲਗਾ ਰਿਹਾ ਹੋਵੇ, ਉਹਨੂੰ ਬਹੁਤ ਘੱਟ ਨੌਲੇਜ ਹੁੰਦੀ ਹੈ ਕਿੱਥੇ ਕਿਵੇਂ ਕੰਮ ਕਰਨਾ ਹੈਗਾ। ਚਾਹੇ ਇੱਕ ਕੋਈ ਪੁਰਾਣਾ ਇੰਡਸਟਰੀਲਿਸਟ ਹੁੰਦਾ ਹੈ, ਉਹਨੇ ਆਪਣੀ ਐਕਸਪੈਂਸ਼ਨ ਕਰਨੀ ਹੈ ਜਾਂ ਸ਼ਿਫਟ ਕਰਨਾ ਹੈ, ਉਹਦੇ ਲਈ ਵੀ ਇੱਕ ਲੋਕਲ ਗੌਰਮੈਂਟ ਨਾਲ ਕਿਸੇ ਵੀ ਚੀਜ਼ ਨੂੰ ਅਪਰੂਵਲ ਕਰਾਣੇ, ਸੈਂਕਸ਼ਨਾਂ ਕਰਾਉਣੀਆਂ, ਲੋਨ ਲੈਣਾ ਬੈਂਕਾਂ ਤੋਂ, ਫਿਰ ਆਪਣੇ ਲੇਬਰ ਵਾਸਤੇ ਅਰੇਂਜਮੈਂਟ ਕਰਨਾ, ਕੰਸਟਰਕਸ਼ਨ ਵਾਸਤੇ ਅਰੇਂਜਮੈਂਟ ਕਰਨਾ ਬਹੁਤ ਔਖਾ ਹੁੰਦਾ ਹੈ। ਟਾਈਮ ਲਿਮਿਟੇਸ਼ਨਸ ਵੀ ਹੁੰਦੀਆਂ ਨੇ। ਅਸੀਂ ਇੱਥੇ ਇੱਕ ਸਿੰਗਲ ਵਿੰਡੋ ਸਪੋਰਟ ਸਿਸਟਮ ਕ੍ਰੀਏਟ ਕਰਾਂਗੇ, ਜਿਸ ਦੇ ਵਿੱਚ ਕਿਸੇ ਵੀ ਇੰਡਸਟਰੀਲਿਸਟ ਨੂੰ, ਕਿਸੇ ਵੀ ਇੰਡਸਟਰੀ ਨੂੰ, ਕਿਸੇ ਵੀ ਸਾਡੇ ਇੱਥੇ ਕਲਾਇੰਟ ਨੂੰ ਕਿਸੇ ਵੀ ਤਰੀਕੇ ਦੀ ਕੋਈ ਅਪਰੂਵਲ ਕਰਾਉਣੀ ਹੈ, ਕੋਈ ਕਨੈਕਸ਼ਨ ਕਰਾਉਣਾ ਹੈ, ਕੋਈ ਸੈਂਕਸ਼ਨਸ ਕਰਾਉਣੀਆਂ ਨੇ, ਕੰਸਟਰਕਸ਼ਨ ਕਰਾਉਣੀ ਹੈ, ਡਿਵੈਲਪਮੈਂਟ ਕਰਾਉਣੀ ਹੈ, ਉਹ ਹਰ ਤਰੀਕੇ ਦੀ ਫੈਸਿਲਿਟੀਜ਼ ਉਸਨੂੰ ਸਿੰਗਲ ਵਿੰਡੋਜ਼, ਸਾਡੇ ਜਿਹੜੇ ਪ੍ਰੋਫੈਸ਼ਨਲਸ ਹੋਣਗੇ, ਸੀਏਜ਼ ਹੋਣਗੇ, ਐਡਵੋਕੇਟਸ ਹੋਣਗੇ, ਉਹਨਾਂ ਦੀਆਂ ਫੈਸਿਲਿਟੀਜ਼ ਉਹਨਾਂ ਨੂੰ ਉੱਥੇ ਮਿਲਣਗੀਆਂ। ਤੇ ਉਹ ਉਹਨਾਂ ਦੇ ਸਾਰੇ ਅਪਰੂਵਲਸ ਵਾਸਤੇ ਉਹਨਾਂ ਨੂੰ ਸਪੋਰਟ ਕਰਨਗੇ, ਚਾਹੇ ਡਾਕੂਮੈਂਟੇਸ਼ਨ ਦਾ ਪਾਰਟ ਹੈ, ਚਾਹੇ ਕਿਸੇ ਤਰੀਕੇ ਦੀ ਲਾਈਸਨਿੰਗ ਦਾ ਪਾਰਟ ਹੈ, ਉਹ ਸਾਰਾ ਅਸੀਂ ਇੱਥੇ ਸਿੰਗਲ ਵਿੰਡੋ ਸਿਸਟਮ ਦੇ ਵਿੱਚ ਉਹਨਾਂ ਨੂੰ ਫੈਸਿਲਿਟੀ ਪ੍ਰੋਵਾਈਡ ਕਰਾਂਗੇ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਗੱਲਬਾਤ ਅਸੀਂ ਕਰ ਰਹੇ ਸੀਗੇ ਰਾਇਲ ਇਸਟੇਟ ਗਰੁੱਪ ਦੇ ਡਾਇਰੈਕਟਰਸ ਦੇ ਨਾਲ, ਤੇ ਮੈਗਾ ਪ੍ਰੋਜੈਕਟ ਜਿਹੜਾ
ਆ ਰਿਹਾ ਹੈਗਾ ਮੋਹਾਲੀ ਇੰਡਸਟਰੀਅਲ ਇਕਨੋਮਿਕ ਜ਼ੋਨ। ਸੋ ਉਹਦੇ ਜ਼ਰੀਏ ਕਿਸ ਤਰੀਕੇ ਦੇ ਨਾਲ ਇੰਡਸਟਰੀਅਲ ਸੈਕਟਰ ਦੇ ਵਿੱਚ ਇੱਕ ਵੱਡਾ ਚੇਂਜ ਆ ਸਕਦਾ, ਉਹਦੀ ਗੱਲ ਕੀਤੀ ਹੈ। ਓਵਰਵਿਊ ਦਿੱਤਾ ਇਸ ਪ੍ਰੋਜੈਕਟ ਦਾ, ਕਿਸ ਤਰੀਕੇ ਦੇ ਨਾਲ ਵੱਡੇ ਲੈਵਲ ਤੇ ਇੰਪਲੋਇਮੈਂਟ ਜਨਰੇਸ਼ਨ ਹੋਊਗੀ ਤੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਇੰਪਲੋਇਮੈਂਟ ਦੀ ਗੱਲ ਹੈ ਜਾਂ ਹੋਰ ਜਿਹੜੀਆਂ ਫੈਸਿਲਿਟੀਜ਼ ਨੇ ਖਾਸ ਤੌਰ ਤੇ ਇੰਡਸਟਰੀਅਲ ਸੈਕਟਰ ਨਾਲ ਜੁੜੀਆਂ ਹੋਈਆਂ, ਉਹ ਕਿਸ ਤਰੀਕੇ ਦੇ ਨਾਲ ਅੱਗੇ ਮਿਲਣਗੀਆਂ ਲੋਕਾਂ ਨੂੰ। ਸੋ ਉਹ ਕੋਸ਼ਿਸ਼ ਹੈ ਜਿਹੜੀ ਉਹ ਰਹੂਗੀ ਰਾਇਲ ਇਸਟੇਟ ਗਰੁੱਪ ਦੀ। ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਬਾਬ ਸਿੰਘ ਸਿੱਧੂ, ਬਾਬੂ ਸ਼ਾਹੀ ਟਾਈਮਜ਼।